ਮੈਰਿਕ ਕਿਡੋਗਰਾ ਇੱਕ ਵਾਰ ਫਿਰ ਸ਼ੋਅ ਦੇ ਵਿੱਚ ਹਾਜ਼ਰ ਹਾਂ, ਕਿਉਂਕਿ ਇੱਕ ਵਾਰ ਫਿਰ ਸੱਦਾ ਦਿੱਤਾ ਹੈ ਡਾਕਟਰ ਰਵੀ ਗਰਗ ਨੂੰ, ਜੋ ਕਿ ਪਾਇਨੀਅਰ ਇਮੀਗ੍ਰੇਸ਼ਨ ਤੇ ਵੀਜ਼ਾ ਐਕਸਪਰਟ ਨੇ। 20 ਸਾਲਾਂ ਦਾ ਤਜਰਬਾ ਇਹਨਾਂ ਦਾ ਹੈਗਾ ਇਸ ਫੀਲਡ ਦੇ ਵਿੱਚ, ਮਤਲਬ ਕਿ 20 ਸਾਲਾਂ ਤੋਂ ਸਟੂਡੈਂਟ ਵੀਜ਼ਾ ਦਾ ਕੰਮ ਕਰ ਰਹੇ ਨੇ। ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਕਿੰਨੇ ਕੀ ਸਟੂਡੈਂਟ ਜਿਹੜੇ ਨੇ ਇਹਨਾਂ ਦੀ ਸੇਵਾਵਾਂ ਲੈ ਚੁੱਕੇ ਹੋਣਗੇ, ਕਿੰਨੇ ਕੀ ਪਰਿਵਾਰ ਜਿਹੜੇ ਹੈਗੇ ਨੇ ਉਹ ਸੇਵਾਵਾਂ ਲੈ ਚੁੱਕੇ ਹੋਣਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਉਸ ਤੋਂ ਬਾਅਦ ਜਿਹੜਾ ਜਿਹਾ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਾਂਗੇ। ਔਰ ਅੱਜ ਅਸੀਂ ਇਹਨਾਂ ਤੋਂ ਸਪੈਸ਼ਲੀ ਜਿਹੜੀਆਂ ਗੱਲਾਂ ਕਰਨੀਆਂ ਨੇ ਉਹ ਤੁਹਾਨੂੰ ਕਾਪੀ ਪੈਨ ਲੈ ਕੇ ਨੋਟ ਕਰ ਲੈਣੀ ਚਾਹੀਦੀਆਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਸਵਾਗਤ ਹੈ ਸਰ, ਬਹੁਤ ਬਹੁਤ ਜੀ। ਸ਼ੋਅ ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜਿਵੇਂ ਸਰ ਤੁਸੀਂ ਦੇਖਦੇ ਹੁੰਦੇ ਆ, ਵੈਸੇ ਤਾਂ ਹਰ ਸ਼ੋਅ ਦੇ ਵਿੱਚ ਤੁਹਾਡੀ ਕੋਸ਼ਿਸ਼ ਰਹਿੰਦੀ ਹੈ ਕਿ ਸਟੂਡੈਂਟ ਨੂੰ ਜਾਂ ਪਰਿਵਾਰ ਨੂੰ ਕਿਸੇ ਵੀ ਤਰੀਕੇ ਨਾਲ ਜਿਹੜਾ ਜਿਹਾ ਸਮਝਾਇਆ ਜਾਏ ਕਿ ਬਈ ਤੁਸੀਂ ਫਰਾਡ ਤੋਂ ਬਚਣਾ ਹੈ। ਮਤਲਬ ਜਿਹੜੇ ਗਲਤੀਆਂ ਕਰਦੇ ਨੇ ਪੇਰੈਂਟਸ ਜਾਂ ਬੱਚੇ ਸਟੂਡੈਂਟ ਗਲਤੀਆਂ ਕਰ ਦਿੰਦੇ ਨੇ, ਕਿਸੇ ਵੀ ਕੰਸਲਟੈਂਟ ਕੋਲ ਜਾ ਕੇ ਆਪਣੀ ਫਾਈਲ ਪਕੜਾ ਦੇਣਗੇ, ਇਹ ਵੀ ਨਹੀਂ ਦੇਖਣਗੇ। ਮੈਂ ਗੱਲ ਕੱਟ ਕੇ ਦੱਸ ਰਿਹਾ, ਜਿਹੜੀ ਤੁਸੀਂ ਗੱਲ ਸ਼ੁਰੂ ਕੀਤੀ ਕਿ ਜਦੋਂ 2003 ਦੇ ਵਿੱਚ ਮੈਂ ਹਸਪੀਟਲ ਚਲਾਉਂਦਾ ਸੀਗਾ ਤੇ ਉਦੋਂ ਫਿਰ ਜਦੋਂ ਇਸ ਫੀਲਡ ਵਿੱਚ ਮੈਂ ਕਦਮ ਰੱਖਿਆ ਜੀ ਤੇ ਕਾਰਨ ਬਣ ਜਾਂਦੇ ਹੈਗੇ। ਉਦੋਂ ਲਿਵ ਇਨ ਕੇਅਰ ਗਿਵਰ ਪ੍ਰੋਗਰਾਮ ਸੀ, ਮੈਂ ਤੇ ਮੇਰੀ ਵਾਈਫ ਦੋਨੋਂ ਡਾਕਟਰ ਸੀਗੇ ਔਰ ਅਸੀਂ ਉਹ ਲਿਵ ਇਨ ਕੇਅਰ ਗਿਵਰ ਦਾ ਮਤਲਬ ਇਹ ਹੈ ਕਿ ਨਰਸਿੰਗ ਟਾਈਪ ਦਾ ਪ੍ਰੋਗਰਾਮ ਪੜ੍ਹਾਉਂਦੇ ਹੁੰਦੇ ਸੀ। ਬੜੀ ਐਡ ਚੱਲਦੀ ਹੁੰਦੀ ਸੀ, ਨੈਨੀ ਕੇ ਤੌਰ ਪਰ ਬਾਹਰ ਜਾਣੇ ਕਾ ਮੌਕਾ ਸੀ, ਬਹੁਤ ਸਾਰੀ ਐਡਾਂ ਦੇਖਦੇ ਸੀ ਉਸ ਟਾਈਮ ਵੀ। 2003 ਦੇ ਵਿੱਚ ਉਦੋਂ ਕੈਨੇਡਾ ਦਾ ਇੱਕ ਪ੍ਰੋਗਰਾਮ ਸੀਗਾ, ਉਸ ਦੇ ਵਿੱਚ 6 ਮਹੀਨੇ ਦਾ ਕੋਰਸ ਨੈਨੀ ਦਾ ਕਰਨਾ ਹੈਗਾ ਔਰ ਅਸੀਂ ਦੇਖਿਆ ਕਿ ਜਿਨ੍ਹਾਂ ਨੂੰ ਕੁਝ ਵੀ ਨਹੀਂ ਮੈਡੀਕਲ ਫੀਲਡ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ, ਉਹ ਵੀ ਇੰਸਟੀਚਿਊਟ ਨੈਨੀ ਕੇਅਰ ਗਿਵਰ ਇੰਸਟੀਚਿਊਟ ਜਿਹੜਾ ਹੈ ਲਿਵ ਇਨ ਕੇਅਰ ਗਿਵਰ ਇੰਸਟੀਚਿਊਟ ਦੇ ਪ੍ਰੋਗਰਾਮ ਪੜ੍ਹਾਉਣ ਦਾ ਸੈਂਟਰ ਖੋਲ੍ਹਿਆ ਹੋਇਆ ਸੀਗਾ। ਬਿਲਕੁਲ। ਤੇ ਉਦੋਂ ਸਾਨੂੰ ਇਹ ਲੱਗਿਆ ਕਿ ਅਸੀਂ ਡਾਕਟਰ ਹੈਗੇ ਹਾਂ ਤੇ ਅਸੀਂ ਅਗਰ ਇਹ ਸੈਂਟਰ ਖੋਲਾਂਗੇ ਤੇ ਬੜਾ ਅੱਛਾ ਰਹੇਗਾ ਔਰ ਲੋਕਾਂ ਨੇ ਬੜਾ ਰਿਸਪੌਂਸ ਦਿੱਤਾ ਸੀ, ਉਹ ਖੋਲ੍ਹਿਆ। ਤੇ ਉਦੋਂ ਫਿਰ ਜਦੋਂ ਅਸੀਂ ਇਸ ਫੀਲਡ 'ਚ ਕਦਮ ਰੱਖਿਆ ਤੇ ਅੱਗੇ ਫਿਰ ਸਟੱਡੀ ਵੀਜ਼ਾ ਦੇ ਵਿੱਚ ਵੀ ਆਏ ਜਦੋਂ, ਤੇ ਇੱਕ ਪਹਿਲੇ ਸਾਲ ਦੇ ਵਿੱਚ ਹੀ ਮੈਨੂੰ ਜਿਹੜੇ ਕਲਾਇੰਟ ਸੀਗੇ, ਸਾਡੇ ਪੇਸ਼ੈਂਟਸ ਵਗੈਰਾ ਸੀਗੇ, ਉਹਨਾਂ ਨੇ ਕਿਹਾ ਕਹਿੰਦੇ ਡਾਕਟਰ ਸਾਹਿਬ ਤੁਸੀਂ ਇਹ ਕਿਹੜਾ ਪੰਗਾ ਲੈ ਲਿਆ, ਦਾ ਮਤਲਬ ਕਿਹੜੇ ਫੀਲਡ 'ਚ ਕਦਮ ਰੱਖ ਲਿਆ, ਦਾ ਡਾਕਟਰੀ ਲਾਈਨ ਛੱਡ ਕੇ ਤੁਸੀਂ ਇਹ ਫੀਲਡ ਇੱਕ ਖਤਰਨਾਕ ਔਰ ਕਬੂਤਰਬਾਜ਼ੀ ਜਾਂ ਗਲਤ ਕਿਸਮ ਦਾ ਹੁੰਦਾ ਹੈਗਾ ਸੀਗਾ। ਤੇ ਮੈਨੂੰ ਵੀ ਡਰ ਲੱਗਿਆ ਕਿ ਕੁਝ ਗਲਤ ਕਾਗਜ਼ ਬਣਾਉਣੇ ਜਾਂ ਗਲਤ ਕੰਮ ਤੋਂ ਸਾਡੇ ਤੋਂ ਹੋਣਾ ਨਹੀਂ ਹੈ, ਮਤਲਬ ਕੋਈ ਝੂਠ ਫਰੇਬ ਮਿਸਗਾਈਡੈਂਸ ਤਾਂ ਹੋਣੀ ਨਹੀਂ ਹੈ ਤੇ ਫਿਰ ਫੇਲਰ 'ਚ ਹੋਏਗਾ। ਤੇ ਚਲੋ ਰੱਬ ਦਾ ਨਾਮ ਲੈ ਕੇ ਅਸੀਂ ਜਦੋਂ ਇੱਕ ਵਾਰੀ ਸ਼ੁਰੂ ਕਰ ਹੀ ਲਿਆ ਸੀ ਤੇ ਅੱਗੇ ਵਧੇ। ਲੇਕਿਨ ਇਹ ਰੱਬ ਦੀ ਕਿਰਪਾ ਇਸ ਤਰ੍ਹਾਂ ਦੀ ਕਿ ਬਿਲਕੁਲ 100% ਓਨੈਸਟੀ ਔਰ ਐਥਿਕਸ, ਜਿਹੜਾ ਵਰਡ ਬੜਾ ਜ਼ਬਰਦਸਤ ਹੈਗਾ, ਐਥਿਕਸ, ਪ੍ਰੋਫੈਸ਼ਨਲਿਜ਼ਮ। ਕੋਈ ਵੀ ਕੰਮ ਜਿਹੜਾ ਚਾਹੇ CA ਹੈ, ਚਾਹੇ ਵਕੀਲ ਹੈ, ਜਾਂ ਬੜੇ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਜੈਨੂਅਨਲੀ, ਓਨੈਸਟਲੀ, ਸਿੰਸੀਅਰਲੀ, ਪ੍ਰੋਪਰਲੀ ਜਿਹੜਾ ਆਪਾਂ ਉਮੀਦ ਕਰਦੇ ਹਾਂ ਵੀ ਸਹੀ ਤਰੀਕੇ ਨਾਲ ਕਰੇ। ਮੰਨ ਲਓ ਡਾਕਟਰ ਕੋਲ ਜਾਈਏ ਤਾਂ ਸਹੀ ਦਵਾਈ ਕਰੇ, ਉਹਦੇ ਮਨ ਦੇ ਵਿੱਚ ਕੋਈ ਲਾਲਚ ਨਾ, ਗੜਬੜ ਨਾ ਹੋਵੇ। ਸੋ ਉਸ ਚੀਜ਼ ਨੂੰ ਲੈ ਕੇ ਹੀ ਸ਼ੁਰੂ ਕੀਤਾ ਸੀਗਾ ਔਰ ਅੱਜ ਵੀ ਜਿਹੜਾ ਹੈ ਉਹ ਬਿਲਕੁਲ 100% ਉਸੇ ਲਾਈਨ ਦੇ ਉੱਪਰ ਚੱਲਦੇ ਪਏ। ਅਤੇ ਤੁਸੀਂ ਇਹ ਕਿਹਾ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਨੂੰ ਅਸੀਂ ਗਾਈਡ ਕਰੀਏ, ਅਤੇ ਅੱਜ ਵੀ ਜਿਹੜੇ ਸਾਡੇ ਕੋਲੇ ਕੇਸਿਸ ਚਲਾਉਂਦੇ ਨੇ, ਸਾਨੂੰ ਚੁਣਦੇ ਨੇ, ਉਹਨਾਂ ਦਾ ਤਾਂ ਅਸੀਂ ਖਿਆਲ ਰੱਖਦੇ ਹੀ ਹਾਂ। ਨਾਲ ਇਹ ਵੀ ਚਾਹਤ ਹੁੰਦੀ ਹੈ ਕਿ ਕਿਆ ਇਹ ਜਿਹੜੇ ਲਾਈਵ ਸੈਸ਼ਨ ਜਿਹੜੇ ਹੁੰਦੇ ਨੇ ਫੇਸਬੁੱਕ, ਇੰਸਟਾਗ੍ਰਾਮ, YouTube ਚੈਨਲ 'ਤੇ ਗੱਲਬਾਤ ਬਹੁਤ ਸਾਰੇ ਇੰਨੇ 10 ਸਾਲਾਂ ਤੋਂ ਕਰੀਬ ਹੋ ਗਏ ਨੇ, ਬੜੇ ਸਾਰੇ TV ਇੰਟਰਵਿਊਜ਼ ਮੇਰੇ ਅਲੱਗ-ਅਲੱਗ ਚੈਨਲਸ 'ਤੇ ਹੁੰਦੇ ਨੇ। ਇਹ ਗੱਲਬਾਤ ਅਸੀਂ ਸ਼ੇਅਰ ਕਰੀਏ ਕਿਸ ਤਰੀਕੇ ਨਾਲ ਬਚਿਆ ਜਾ ਸਕਦਾ, ਕਿੱਦਾਂ ਫਰੋਡ ਤੋਂ ਬਚੀਏ, ਕਿਹੜੇ ਟਿਪਸ ਨੇ ਜਿਹੜੇ ਕਿ ਬੱਚੇ, ਸਟੂਡੈਂਟਸ ਵਗੈਰਾ ਅਕਸਰ ਬੜੇ ਸਾਰੀਆਂ ਗਲਤੀਆਂ ਕਰਦੇ ਨੇ। ਬਹੁਤ ਸਾਰੀਆਂ ਮੈਨੂੰ ਐਗਜ਼ਾਮਪਲ ਯਾਦ ਆਉਂਦੀਆਂ ਨੇ ਕਿ ਬਹੁਤ ਸਾਰੇ ਕੇਸਿਸ ਮੈਂ ਪਰਸਨਲੀ ਮਿਲਦਾ ਹੈਗਾ ਕਲਾਇੰਟਸ ਨੂੰ, ਸਟੂਡੈਂਟਸ ਨੂੰ, ਪੇਰੈਂਟਸ ਨੂੰ। ਬੜੀਆਂ ਸਟੋਰੀਆਂ ਲੰਬੀਆਂ ਹੁੰਦੀਆਂ, 2-2, 4-4, 6-6 ਸਾਲ ਖਰਾਬ ਹੋ ਜਾਂਦੇ, ਉਹਨਾਂ ਦੇ ਲੱਖਾਂ ਰੁਪਏ ਬਰਬਾਦ ਹੋ ਜਾਂਦੇ ਆ ਔਰ ਉਹਨਾਂ ਦੇ ਸੁਪਨੇ ਬੜੇ ਮਿੱਟੀ ਵਿੱਚ ਮਿਲ ਜਾਂਦੇ ਨੇ। ਲੇਕਿਨ ਉਹ ਰੱਬ ਦਾ ਸ਼ੁਕਰ ਹੈ ਕਿ ਕਿਉਂਕਿ ਮਨ ਦੇ ਵਿੱਚ ਜਿਹੜਾ ਹੈ ਨੀਅਤ ਸਾਫ਼ ਹੋਣ ਕਰਕੇ ਔਰ ਇਸ ਫੀਲਡ ਦੇ ਵਿੱਚ ਲੰਬਾ ਤਜਰਬਾ, CICC ਮੈਂਬਰ, ਕੈਨੇਡਾ ਐਮਬੈਸੀ ਦੀ ਵੈਬਸਾਈਟ 'ਤੇ ਨਾਮ, ਬੜਾ ਐਕਸਪਰਟੀਜ਼ ਹੋਣ ਕਰਕੇ ਉਹਨਾਂ ਨੂੰ ਜਿਹੜਾ ਦਿੱਕਤ ਵਾਲੇ ਕੇਸ ਨੂੰ ਸੰਭਾਲ ਕੇ ਉਹਨਾਂ ਦਾ ਵੀਜ਼ਾ ਲਗਵਾਉਣਾ, ਉਹਨਾਂ ਦੇ ਸੁਪਨੇ ਸੱਚ ਕਰਨੇ ਔਰ ਇਹ ਖੁਸ਼ੀ ਦਿਲੋਂ ਮਹਿਸੂਸ ਕਰਨੀ ਔਰ ਰੱਬ ਦਾ ਸ਼ੁਕਰ ਕਰਦੇ ਹੈਗੇ ਆ। ਲੇਕਿਨ ਉਹੀ ਗੱਲਾਂ ਆਪਾਂ ਸ਼ੇਅਰ ਕਰਦੇ ਰਹਿੰਦੇ ਜੀ। ਜਿਵੇਂ ਕਿ ਤੁਸੀਂ ਸਰ ਬਹੁਤ ਚੰਗੀ ਗੱਲ ਕਹੀ ਕਿ ਕਈ ਸਾਲ ਜਿਹੜੇ ਆ ਉਹ ਉਹਨਾਂ ਦੇ ਸਟੂਡੈਂਟਾਂ ਦੇ ਖਰਾਬ ਹੁੰਦੇ ਨੇ, ਪਰਿਵਾਰ ਤੰਗ ਪਰੇਸ਼ਾਨ ਹੁੰਦਾ, ਵੀਜ਼ਾ ਫਿਰ ਵੀ ਨਹੀਂ ਲੱਗਦਾ। ਲੇਕਿਨ ਤੁਸੀਂ ਤਾਂ ਕਹਿ ਰਹੇ ਹੋ ਕਿ ਹਾਂ ਸਾਲ ਖਰਾਬ ਹੁੰਦੇ ਨੇ। ਮੈਂ ਤਾਂ ਆਪਣੇ ਅੱਖੀ ਐਗਜ਼ਾਮਪਲ ਦੇਖੇ ਹੋਏ ਨੇ ਕਿ ਇਹੋ ਜਿਹੇ ਪਰਿਵਾਰ ਹੈਗੇ ਨੇ ਜਿਨ੍ਹਾਂ ਦੇ ਲੱਖਾਂ ਰੁਪਈਆ ਵੀ ਖਰਾਬ ਹੋ ਗਿਆ, ਬਲਕਿ ਇਹੋ ਜਿਹੇ ਮਾਵਾਂ ਹੈਗੀਆਂ ਨੇ ਜਿਨ੍ਹਾਂ ਦੇ ਪੁੱਤਾਂ ਨੇ ਸੁਸਾਈਡ ਤੱਕ ਕਰ ਲਿਆ ਕਿਉਂਕਿ ਪੈਸੇ ਫਸ ਗਏ ਸੀਗੇ, ਗਲਤ ਕੰਸਲਟੈਂਟ ਚੂਜ਼ ਕਰ ਲਿਆ ਸੀਗਾ, ਗਲਤ ਰਸਤਾ ਅਪਣਾ ਲਿਆ ਸੀਗਾ ਔਰ ਜਿਹੜਾ ਸਹੀ ਤਰੀਕਾ ਸੀਗਾ ਉਹ ਪਤਾ ਨਹੀਂ ਸੀਗਾ ਜਾਣ ਦਾ। ਮੈਂ ਦੇਖਦਾ ਹੁੰਦਾ ਕਿ ਜਿਵੇਂ ਕਿ ਸਰ ਤੁਸੀਂ ਮਤਲਬ CICC ਮੈਂਬਰ ਹੋ,
ਮੈਨੂੰ ਲੱਗਦਾ ਨਹੀਂ ਕਿ ਜਿਵੇਂ ਕਿਸੇ ਨੇ ਵੀ ਅਪਲਾਈ ਕਰਨਾ ਹੈ, ਕੋਈ ਸਟੂਡੈਂਟ ਹੈ, ਕਿਸੇ ਨੇ ਵੀ ਵੀਜ਼ਾ ਅਪਲਾਈ ਕਰਨਾ, ਤਾਂ ਉਹਨੂੰ ਇਹ ਦੇਖਣਾ ਚਾਹੀਦਾ ਕਿ ਜਿਹੜਾ ਸਾਹਮਣੇ ਵਾਲਾ ਬੰਦਾ ਜਿਹਦੇ ਕੋਲ ਤੁਸੀਂ ਫਾਈਲ ਪਕੜਾ ਰਹੇ ਹੋ ਉਹ CICC ਮੈਂਬਰ ਹੈ ਕਿ ਨਹੀਂ। ਇਹ ਵੀ ਤਾਂ ਬਹੁਤ ਵੱਡੀ ਗੱਲ ਹੈ। ਮੇਰੇ ਕੋਲ ਕੱਲ ਵੀ ਆਇਆ ਸਟੂਡੈਂਟ, ਜਿਹੜਾ ਹੈ ਸਟੂਡੈਂਟ ਤੇ ਉਹਦੇ ਫਾਦਰ ਬੈਠੇ ਸੀਗੇ, ਕਹਿੰਦੇ ਜੀ ਸਾਨੂੰ 2-3 ਸਾਲ ਤੋਂ ਤੁਹਾਡੇ ਪ੍ਰੋਗਰਾਮ ਦੇਖਦੇ ਸੀ, ਵੀ ਵਰ ਇੰਪ੍ਰੈਸਡ, ਸਾਨੂੰ ਚੰਗਾ ਲੱਗਦਾ ਸੀਗਾ, ਲੇਕਿਨ ਕਹਿੰਦੇ ਜੀ ਸਾਡੇ ਬਿਲਕੁਲ ਨਾਲ ਜਿਹੜਾ ਸੀਗਾ ਨਾ ਗਵਾਂਢੀ, ਉਸ ਦਾ ਭਰਾ ਕੈਨੇਡਾ ਦੇ ਵਿੱਚ ਹੈਗਾ ਔਰ ਉਹ ਇਹ ਕੰਮ ਕਰਦਾ ਸੀਗਾ। ਤੇ ਅਸੀਂ ਪਹਿਲਾਂ ਕਿਸੇ ਕੋਲੇ ਆਸਟ੍ਰੇਲੀਆ ਦਾ ਕੇਸ ਲਾਇਆ, ਉਹਨੇ ਕਹਿੰਦੇ ਜੀ ਸਾਲ ਦੀ ਫੀਸ ਸਾਡੇ ਤੋਂ ਲੈ ਲਈ, ਅੱਗੇ ਕਾਲਜ ਨੂੰ 6 ਮਹੀਨੇ ਦੀ ਫੀਸ ਭੇਜੀ, ਕਈ ਤਰ੍ਹਾਂ ਦੀ ਗੜਬੜੀਆਂ ਕੀਤੀਆਂ, 3-4 ਲੱਖ ਦੇ ਗਬਨ ਹੋ ਗਿਆ। ਪਹਿਲਾਂ ਉੱਥੇ ਸਾਡਾ ਨੁਕਸਾਨ ਹੋ ਗਿਆ, ਉਸ ਤੋਂ ਬਾਅਦ ਡਰੇ ਹੋਏ ਸੀ ਤੇ ਗਵਾਂਢੀ ਦੇ ਕੋਲੇ ਗੱਲਬਾਤ ਚੱਲੀ ਤੇ ਉਹ ਕਹਿੰਦਾ ਜੀ ਮੇਰਾ ਭਰਾ ਉੱਥੇ ਕੰਸਲਟੈਂਟ ਦਾ ਕੰਮ ਕਰਦਾ ਤੇ ਉਹ ਬਚਤ ਦੇ ਤੌਰ ਤੇ ਵੀ ਉਹਦੇ ਕੋਲੇ ਸ਼ੁਰੂ ਕਰਤਾ ਔਰ ਉਹ ਕੈਨੇਡਾ 'ਚ ਬੈਠਾ ਸੀ, ਉਹ ਸਟੱਡੀ ਵੀਜ਼ਾ ਦਾ ਕੰਮ ਹੀ ਨਹੀਂ ਕਰਦਾ ਸੀ। ਸੋ ਅਗੇਨ ਫਿਰ ਉਹਨੇ ਸਾਰਾ ਉਲਟਾ ਪੁਲਟਾ ਸਾਰਾ ਗਲਤ ਮਲਤ ਕਰ ਦਿੱਤਾ ਕੰਮ ਤੇ ਉਹਦਾ ਰਿਫਿਊਜ਼ਲ ਹੋ ਗਈ। ਫਿਰ ਉਹ ਕਹਿੰਦੇ ਜੀ ਉਹ ਜਿਹੜਾ ਮੈਂ ਕਈ ਸਾਲਾਂ ਤੋਂ ਦੇਖਦੇ ਸੀਗੇ ਅਸੀਂ ਰਵੀ ਗਰਗ, ਉਹਨਾਂ ਨੂੰ ਮਿਲਣਾ ਤੇ ਉਹ ਮੈਨੂੰ ਮਿਲੇ ਆ ਕੇ, ਉਹ ਸਾਰਾ ਉਹਨਾਂ ਨੂੰ ਕੇਸ ਦੇਖਿਆ, ਉਹਨਾਂ ਨੂੰ ਸਮਝਾਇਆ, ਦੱਸਿਆ ਔਰ ਸਿੱਧੇ ਤਰੀਕੇ ਨਾਲ ਉਹਦਾ ਅਪਲਾਈ ਕੀਤਾ। ਸੋ ਇਹ ਤੁਹਾਡੇ ਵਾਲੀ ਗੱਲ ਹੈਗੀ ਹੈ ਕਿ ਕਾਫੀ ਦਿੱਕਤਾਂ ਦਾ ਸਾਹਮਣਾ ਲੋਕ ਫਿਰ ਇਹ ਤਾਂ ਹੁੰਦਾ ਹੈ ਕਿ ਚਾਹੁੰਦੇ ਨੇ ਕਿ CICC ਮੈਂਬਰ ਵਗੈਰਾ ਸਾਰਾ ਕੁਝ ਪਤਾ ਹੁੰਦਾ ਹੈ ਕਈ ਵਾਰੀ, ਫਿਰ ਵੀ ਕਈ ਵਾਰੀ ਕੋਈ ਰਿਸ਼ਤੇਦਾਰ ਹੈਗਾ, ਕੋਈ ਖਾਸ ਆਪਣਾ ਬੰਦਾ ਹੈਗਾ ਜਾਂ ਪੜੋਸੀ ਹੈਗਾ ਤੇ ਉਹ ਉਸ ਦੇ ਲਾਲਚ ਦੇ ਵਿੱਚ ਇੰਟਰਸਟ ਹੁੰਦਾ ਹੈ ਕਿ ਚਲੋ ਸ਼ਾਇਦ ਇਹ ਮੇਰਾ ਫਾਇਦਾ ਕਰ ਦੇਗਾ, ਜਾਂ ਤਾਂ ਉਹਨਾਂ ਦੇ ਦਿਮਾਗ 'ਚ ਹੁੰਦਾ ਕਿ ਇਹਨਾਂ ਦਾ ਬੱਚਾ ਉੱਥੋਂ ਗਿਆ ਸੀਗਾ, ਇੱਕ ਵਾਰੀ ਅਸੀਂ ਵੀ ਭੇਜ ਦੇਖਦੇ, ਲੇਕਿਨ ਉਹ ਇਹ ਨਹੀਂ ਦੇਖਦੇ ਕਿ ਉਸ ਟਾਈਮ ਹਾਲਾਤ ਕਿਆ ਸੀਗੇ, ਅੱਜ ਦੀ ਡੇਟ 'ਚ ਹਾਲਾਤ ਕੀ ਨੇ। ਇੱਕ ਹੋਰ ਜਿਹੜੀ ਤੁਸੀਂ ਹਾਲਾਤ ਦੀ ਗੱਲ ਕੀਤੀ ਵੀ ਜਿਹੜੇ ਤਾਂ ਜਿੱਦਾਂ 90% ਆ ਬੱਚੇ ਦੇ ਉਹ 7 ਬੈਂਡ ਨੇ, ਮੰਨ ਲਓ ਇੱਕ ਛੋਟੀ ਜਿਹੀ ਗੱਲ ਹੈਗੀ ਤੇ ਉਹ ਵਧੀਆ ਕੇਸ ਹੈ, ਵੈਰੀ ਗੁੱਡ ਕੇਸ ਹੈ, ਤੇ ਮੈਨੂੰ ਲੱਗਦਾ ਹੈ ਕਿ ਪਰਸਨਲੀ ਆਈ ਫੀਲ ਕਿ ਇਹ ਕੋਈ ਵੀ ਲਗਵਾ ਦੇਗਾ ਨਾ ਤੇ ਕੋਈ ਜਿਹਨੂੰ ਥੋੜ੍ਹੀ ਬਹੁਤ ਨੌਲੇਜ ਵੀ ਹੈ ਤੇ ਉਹ ਸੌਖਾ ਲੱਗ ਜਾਏਗਾ ਵੀਜ਼ਾ, ਕੋਈ ਇੰਨੀ ਵੱਡੀ ਗੱਲ ਨਹੀਂ ਹੈ। ਲੇਕਿਨ ਜਦੋਂ ਗੈਪ ਹੁੰਦਾ ਕਈ ਸਾਲਾਂ ਦਾ ਔਰ ਬੈਂਡਸ ਠੀਕ ਹੈਗੇ ਨੇ, ਜ਼ਿਆਦਾ ਹਾਈ ਨਹੀਂ ਹੈਗੇ, ਫਿਰ ਕਿਹੜੇ ਕਾਲਜ ਵਿੱਚ ਕਿਹੜੇ ਕੋਰਸ ਲੈਣਾ, ਰੈਲੇਵੈਂਟ ਪ੍ਰੋਗਰਾਮ, ਮਾਰਕਸ ਨੂੰ ਦੇਖਣਾ ਹੈਗਾ ਔਰ ਗੈਪ ਨੂੰ ਦੇਖਣਾ ਹੈਗਾ, ਗੈਪ ਦੇ ਵਿੱਚ ਉਸ ਦਾ ਐਕਸਪੀਰੀਅੰਸ ਕਿਸ ਫੀਲਡ ਵਿੱਚ ਹੈਗਾ, ਉਸ ਦੇ ਨਾਲ ਮਿਲਦਾ ਜੁਲਦਾ ਰੈਲੇਵੈਂਟ ਪ੍ਰੋਗਰਾਮ ਕੀ ਹੈਗਾ। ਸੋ ਇਹ ਬੜਾ ਕੁਝ ਜ਼ਿਆਦਾ ਦੇਖਣਾ ਹੁੰਦਾ ਔਰ ਤੁਸੀਂ ਹੈਰਾਨ ਹੋਵੋਗੇ ਕਿ ਜੀ ਦੇਖੋ 1 ਸਾਲ ਦੇ ਕੋਰਸ ਦੀ ਫੀਸ 10 ਲੱਖ, ਛੋਟੀ ਜਿਹੀ ਗੱਲ, ਕਿ 2 ਸਾਲ ਦੇ ਕੋਰਸ ਦੀ ਫੀਸ 20 ਲੱਖ ਇੱਕ ਆਮ ਤੌਰ ਤੇ ਜਨਰਲ ਜਿਹੜੀ ਫੀਸ ਹੈ। ਬਿਲਕੁਲ। ਔਰ ਬਹੁਤ ਸਾਰੇ ਕਾਲਜਿਸ ਨੇ ਜਿਨ੍ਹਾਂ 'ਚ 2 ਸਾਲ ਦੀ ਫੀਸ 15 ਲੱਖ 16 ਲੱਖ ਹੈਗੀ ਹੈ, ਮਤਲਬ ਕਿ 5-6-7 ਲੱਖ ਤੱਕ ਦੀ ਬਚਤ ਹੋ ਜਾਂਦੀ ਹੈ 2 ਸਾਲ ਦੇ ਕੋਰਸ ਵਿੱਚ। ਔਰ ਸਾਡੀ ਅਗੇਨ ਕਿ ਪਾਇਨੀਅਰ ਇਮੀਗ੍ਰੇਸ਼ਨ ਦੀ ਕੋਸ਼ਿਸ਼ ਹੁੰਦੀ ਹੈ ਕਿ ਕਲਾਇੰਟਸ ਦਾ ਬੈਨੀਫਿਟ ਕਿੱਥੇ ਹੁੰਦਾ ਹੈ ਕਿ 5-6-7 ਲੱਖ ਤੁਸੀਂ ਦੇਖੋ ਅਗਰ ਕਿਸੇ ਦੇ ਬਚ ਜਾਣ ਤਾਂ ਕਿੰਨੀ ਵੱਡੀ ਸੇਵਾ ਵਾਲੀ ਗੱਲ ਹੀ ਹੈਗੀ ਹੈ। ਸਮਝਦੇ ਵੀ ਹੈ ਲੋਕ ਔਰ ਉਸ ਗੱਲ ਦੇ ਕਦਰ ਵੀ ਕਰਦੇ ਆ ਔਰ ਲੋਕ ਇਹ ਗੱਲ ਕਹਿੰਦੇ ਨੇ ਕਿ ਪਾਇਨੀਅਰ, ਉਹ ਆਪ ਹੀ ਕਹਿੰਦੇ ਨੇ ਕਿ ਜੀ ਤੁਸੀਂ ਉੱਥੇ ਚਲੇ ਜਾਏ ਜੇ, ਅੱਖ ਮੀਚ ਕੇ ਚਲੇ ਜਾਣਾ ਪਾਇਨੀਅਰ ਇਮੀਗ੍ਰੇਸ਼ਨ ਦੇ ਆਫਿਸ ਦੇ ਵਿੱਚ, ਕੋਈ ਸੋਚਣ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ, ਬਿਲਕੁਲ ਸਾਫ਼ ਸੁਥਰਾ ਸਿੱਧਾ ਕੰਮ ਹੋਏਗਾ, ਐਕਸਪਰਟ ਕੰਮ ਹੋਏਗਾ ਔਰ ਤੁਹਾਡਾ ਫਾਇਦਾ ਕਰਨਗੇ। ਬਿਲਕੁਲ। ਸੋ ਇਹ ਜਿਹੜੀ ਫੀਸ ਬਚਾਉਣੀ ਹੈਗੀ ਹੈ ਔਰ ਜਿਸ ਤਰ੍ਹਾਂ ਮੈਂ ਦੱਸਿਆ ਕਿ 3+1 ਦਾ ਮਤਲਬ 2 ਸਾਲ ਦੇ ਵਿੱਚ 4 ਸਮੈਸਟਰ ਪੜ੍ਹਨੇ ਨੇ, 20 ਲੱਖ ਫੀਸ ਹੈ। ਉਸ ਦੇ ਬਜਾਏ ਜਿਸ ਤਰ੍ਹਾਂ ਲੈਂਪਟਨ ਕਾਲਜ ਦੀ ਗੱਲ ਕਰੀਏ, ਟੋਰਾਂਟੋ ਮਿਸੀਸਾਗਾ 'ਚ ਹੈਗਾ, CBU ਦੀ ਗੱਲ ਕਰੀਏ ਕਿ ਬ੍ਰਿਟਨ ਯੂਨੀਵਰਸਿਟੀ, ਸਿਡਨੀ ਸ਼ਹਿਰ, ਨੋਵਾ ਸਕੋਸ਼ੀਆ ਜਿਹੜੀ ਪਾਇਲਟ ਪ੍ਰੋਗਰਾਮ ਦੇ ਵਿੱਚ, ਐਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੇ ਵਿੱਚ PR ਵੀ ਸੌਖੀ ਹੈਗੀ ਆ, ਉਸ ਦੇ ਵਿੱਚ CBU ਦੇ ਵਿੱਚ 3+1 ਦਾ ਮਤਲਬ 3 ਸਮੈਸਟਰ ਇਨ ਕਲਾਸ ਸਟੱਡੀ ਹੈਗੀ ਆ। 4th ਸਮੈਸਟਰ ਜਿਹੜਾ ਕੋਪ ਹੈਗਾ ਜਿਸ ਦੇ ਵਿੱਚ ਇੰਟਰਨਸ਼ਿਪ ਹੈਗੀ ਹੈ, ਪੜ੍ਹਨਾ ਨਹੀਂ ਹੈ, ਇੰਟਰਨਸ਼ਿਪ ਕਿਸੇ ਕੰਪਨੀ ਦੇ ਵਿੱਚ ਟ੍ਰੇਨਿੰਗ ਕਰਨੀ ਹੈਗੀ ਆ ਔਰ ਜਿਸ ਦੀ ਫੀਸ ਵੀ ਨਹੀਂ ਦੇਣੀ, ਦਾ ਮਤਲਬ ਇਹ ਕਿ 15 ਲੱਖ ਦੇ ਕਰੀਬ ਫੀਸ 2 ਸਾਲ ਦੀ। ਸੋ ਇਹ ਜਿਹੜੀ ਨੌਲੇਜ ਹੈਗੀ ਹੈ, ਇਨਫੋਰਮੇਸ਼ਨ ਹੈਗੀ ਆ ਔਰ ਤੁਹਾਨੂੰ ਇਹ ਸਾਰਾ ਗਾਈਡੈਂਸ ਜਿਹੜੀ ਦੇਣੀ ਹੈਗੀ ਹੈ, ਇਹ ਨੌਲੇਜ ਦਾ ਬਹੁਤ ਫਰਕ ਪੈਂਦਾ ਜੀ। ਬਿਲਕੁਲ। ਜਿਵੇਂ ਕਿ ਤੁਸੀਂ ਫੀਸ ਦੀ ਗੱਲ ਤਾਂ ਕਰ ਦਿੱਤੀ ਕਿ ਕਿਹੜੀ ਯੂਨੀਵਰਸਿਟੀਆਂ ਦੇ ਵਿੱਚ ਕਿੱਥੇ ਜਿਹੜਾ ਜੇ ਬੱਚੇ ਦਾ ਫਾਇਦਾ ਹੋ ਸਕਦਾ, ਕਿੱਥੇ ਪਰਿਵਾਰ ਦੇ ਜਿਹੜੇ ਪੈਸੇ ਬਚ ਸਕਦੇ ਆ, ਕਿਉਂਕਿ 5-7 ਲੱਖ ਦੀ ਜਦੋਂ ਗੱਲ ਆਉਂਦੀ ਹੈ ਤਾਂ ਇੱਕ ਛੋਟੀ ਅਮਾਊਂਟ ਨਹੀਂ ਹੈ, ਕਾਫੀ ਅਮਾਊਂਟ ਹੈਗੀ ਹੈ। ਜੇ ਹੁਣ ਮੈਂ ਗੱਲ ਕਰਾਂ, ਕਈ ਵਾਰ ਸਟੂਡੈਂਟ ਕੀ ਕਰਦੇ ਨੇ ਕਿ ਉਹ ਆਪ, ਜਿਵੇਂ ਕਿਸੇ ਨੇ +2 ਕਰ ਲਈ ਹੈ, ਗ੍ਰੈਜੂਏਸ਼ਨ ਕਰ ਲਈ ਹੈ, ਉਹ ਸਟੂਡੈਂਟ ਦੀ ਕੋਸ਼ਿਸ਼ ਹੁੰਦੀ ਹੈ ਕਿ MSc ਦੇ ਵਿੱਚ ਜਿਹੜਾ ਜੇ ਆਪ ਹੀ ਫਾਈਲ ਦੇ ਦੇਣਗੇ, ਆਪ ਹੀ ਜਮ੍ਹਾਂ ਕਰਾ ਦੇਣਗੇ ਔਰ ਕਈ ਵਾਰੀ ਇੱਥੇ ਬਹੁਤ ਵੱਡੀ ਮਿਸਟੇਕ ਹੋ ਜਾਂਦੀ ਹੈ। ਉਹ ਇਹ ਚਾਹੁੰਦੇ ਨੇ ਕਿ ਅਸੀਂ ਐਕਸਪਰਟ ਹੈਗੇ ਹਾਂ, ਅਸੀਂ ਆਪ ਹੀ ਜਮ੍ਹਾਂ ਕਰਾ ਲਾਂਗੇ, ਸਾਨੂੰ ਕਿਸੇ ਦੀ ਲੋੜ ਨਹੀਂ ਹੈ। ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਉਸ ਤੋਂ ਬਾਅਦ ਜਦੋਂ ਰਿਫਿਊਜ਼ ਹੁੰਦਾ ਬੱਚਾ ਜਾਂ ਫਿਰ ਜਿਹੜਾ ਰਿਫਿਊਜ਼ਲ ਦੇ ਕਾਰਨ ਬੰਦੇ ਨੇ ਉਹਨੂੰ ਪਤਾ ਨਹੀਂ ਹੁੰਦਾ, ਉਸ ਤੋਂ ਬਾਅਦ ਤੁਹਾਡੇ ਕੋਲ ਆਉਂਦਾ ਬੱਚਾ ਕਿ ਹੁਣ ਅਸੀਂ ਅਪਲਾਈ ਜੇ ਕਰ ਲਿਆ ਸੀਗਾ ਲੇਕਿਨ ਹੁਣ ਰਿਫਿਊਜ਼ ਹੋ ਗਿਆ, ਉਸ ਤੋਂ ਬਾਅਦ ਜਿਹੜਾ ਹੁਣ ਤੁਸੀਂ ਸਾਡਾ ਕੇਸ ਫੜੋ। ਤੁਸੀਂ ਕੀ ਕਹਿਣਾ ਚਾਹੋਗੇ ਕਿ ਆਪ ਅਪਲਾਈ ਕਰਨਾ ਕਿੱਥੇ ਤੱਕ ਦੀ ਸਮਝਦਾਰੀ ਹੈ?
ਦੇਖੋ ਖਾਸ ਤੌਰ ਤੇ ਦੇਖੋ ਅਸੀਂ ਹੁਣ ਕੋਈ ਗੱਲ ਕਰੀਏ ਪੀਆਰ ਦੇ ਕੇਸ ਅਸੀਂ ਡੀਲ ਤਾਂ ਨਹੀਂ ਕਰਦੇ, ਲੇਕਿਨ ਪੀਆਰ ਦੇ ਕੋਲ ਜਾਓਗੇ ਤੁਸੀਂ ਤੇ ਉਹਨਾਂ ਨੇ ਲੱਖਾਂ ਰੁਪਏ ਦੀ ਫੀਸ ਲੈਣੀ ਹੈ। ਸਾਡੇ ਕੋਲ ਵੀ ਜਿਹੜੇ ਸਟੂਡੈਂਟਸ ਜਾਂਦੇ ਨੇ ਉੱਥੇ ਵਰਕ ਪਰਮਿਟ ਤੇ ਕੈਨੇਡਾ ਵਿੱਚ ਹੈਗੇ ਨੇ, ਉਹਨਾਂ ਨੇ ਆਪਣੇ ਸਪਾਊਸ ਨੂੰ ਬੁਲਾਉਣਾ ਹੈਗਾ ਤੇ ਜਿਹੜਾ ਹੈਗਾ ਓਪਨ ਵਰਕ ਪਰਮਿਟ ਲੱਗਦਾ ਹੈਗਾ, ਜਾਂ ਪੀਆਰ ਦੀ ਫਾਈਲ ਜਿਹੜੇ ਸਟੂਡੈਂਟਸ ਉੱਥੇ ਹੈਗੇ ਨੇ ਉਹਨਾਂ ਦੀ ਪੀਆਰ ਦੀ ਫਾਈਲਸ ਕੈਨੇਡਾ ਵਿੱਚ ਲਾਉਂਦੇ ਹੈਗੇ ਸਟੂਡੈਂਟਸ ਦੀ, ਇੰਟਰਨੈਸ਼ਨਲ ਸਟੂਡੈਂਟ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਐਕਸਪੀਰੀਅੰਸ ਲੈ ਕੇ। ਸੋ ਇਸ ਤਰ੍ਹਾਂ ਦੇ ਜਾਂ ਵਿਜ਼ਿਟਰ ਵੀਜ਼ਾ ਦੇ ਕੇਸਿਸ ਦੇ ਵਿੱਚ ਉਹ ਅਸੀਂ ਫੀਸਾਂ ਲੈਂਦੇ ਹੈਗੇ ਆ। ਲੇਕਿਨ ਸਟੂਡੈਂਟ ਵੀਜ਼ਾ ਦੀ ਗੱਲ ਕਰੀਏ ਤੇ ਅਸੀਂ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੈਗੇ ਆ ਇੰਸਟੀਟਿਊਸ਼ਨਸ ਦੇ, ਉਹਨਾਂ ਵੱਲੋਂ ਅਸੀਂ ਰਿਕਰੂਟਮੈਂਟ ਕਰਨ ਦੇ ਆਥੋਰਾਈਜ਼ਡ ਹੈਗੇ ਆ ਔਰ ਸਟੂਡੈਂਟਸ ਨੂੰ ਐਡਮਿਸ਼ਨ ਵਾਸਤੇ, ਔਰ ਅਸੀਂ ਉਹਨਾਂ ਦੇ ਡਾਕੂਮੈਂਟ ਲੈ ਕੇ ਉਹਨਾਂ ਦੀ ਐਲੀਜੀਬਿਲਿਟੀ ਚੈੱਕ ਕਰਕੇ ਕਾਲਜ ਨੂੰ ਭੇਜਦੇ ਹਾਂ ਔਰ ਉਹ ਸਾਡੇ ਆਫਿਸਿਸ ਦੇ ਖਰਚੇ ਦਿੰਦੇ ਨੇ। ਸੋ ਉਹ ਅਸੀਂ ਫੀਸ ਸਟੂਡੈਂਟਸ ਕੋਲੋਂ ਲੈਂਦੇ ਹੀ ਨਹੀਂ, ਆਲਮੋਸਟ ਨਿਲ। ਮਤਲਬ ਜਿਹੜੇ ਗੁੱਡ ਕੇਸਿਸ ਨੇ ਉਹਨਾਂ ਕੋਲੋਂ ਓਨਲੀ 2000 ਰਜਿਸਟ੍ਰੇਸ਼ਨ ਫੀਸ, ਰੁਪੀਜ਼, ਡਾਲਰ ਨਹੀਂ, ਰੁਪੀਜ਼ 2000 ਦਾ ਮਤਲਬ ਨੈਗਲੀਜੀਬਲ। ਸੋ ਇਹ ਮਤਲਬ ਨਹੀਂ ਫੀਸ ਲੈਂਦੇ, ਫੀਸ ਨਹੀਂ ਆ, ਉਹ ਰਜਿਸਟ੍ਰੇਸ਼ਨ ਕਾਗਜ਼ਾਂ ਦਾ ਖਰਚਾ ਹੈਗਾ 2000 ਰੁਪਏ। ਸੋ ਇਹ ਫੀਸ ਜਦੋਂ ਅਸੀਂ ਤੁਹਾਨੂੰ ਲੈਣੀ ਨਹੀਂ, ਔਰ ਤੁਸੀਂ ਦੇਖੋ ਕਿ CICC ਮੈਂਬਰ ਔਰ ਸਵੇਰੇ 7-8 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਸਿਰਫ ਅਸੀਂ ਇਮੀਗ੍ਰੇਸ਼ਨ ਸਟੱਡੀ ਵੀਜ਼ਾ ਦਾ ਹੀ ਕੰਮ ਕਰਨਾ, ਹੋਰ ਕੋਈ ਕੰਮ ਹੀ ਨਹੀਂ ਕਰਨਾ। ਟੈਕਸਿੰਗ ਦਾ ਮਤਲਬ ਇਨਕਮ ਟੈਕਸ ਰਿਟਰਨਾ ਜਾਂ ਕੋਈ ਹੋਰ ਕੰਮ ਨਹੀਂ ਕਰਨਾ, ਸਿਰਫ ਜਿਹੜੇ ਸਟੱਡੀ ਵੀਜ਼ਾ ਪ੍ਰੋਫਾਈਲ ਹੀ ਡਿਸਕਸ ਕਰਨੇ ਆ ਬੇਸਿਕਲੀ। ਬੱਚੇ ਅੱਜ ਬੱਚੇ ਜਿਹੜੇ ਨੇ ਉਹਨਾਂ ਨੂੰ ਕੈਨੇਡਾ ਕਿਵੇਂ ਭੇਜਣਾ, ਇਹੀ ਸਾਰਾ ਦਿਨ ਚੱਲਦਾ ਕਰਨਾ। ਸੋ ਇੰਨਾ ਜਿਹੜਾ 20 ਸਾਲ ਦਾ 2003 ਤੋਂ ਕੰਪਨੀ, ਇੰਨਾ ਵੱਡਾ ਤਜਰਬਾ ਔਰ ਇਮੀਗ੍ਰੇਸ਼ਨ ਲਾ ਮੈਂ ਜਿਹੜੀ ਪਾਸ ਕੀਤੀ, ਪ੍ਰੋਗਰਾਮ ਪਾਸ ਕੀਤਾ ਕੈਨੇਡਾ ਦੇ ਵਿੱਚ, ਔਰ IRPA ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ, IRPR ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਰੈਗੂਲੇਸ਼ਨ ਜਿਹੜਾ ਇਮੀਗ੍ਰੇਸ਼ਨ ਲਾ ਦੇ ਪ੍ਰੋਗਰਾਮ ਵਿੱਚ ਪੜ੍ਹੇ, ਔਰ ਉਸ ਤੋਂ ਬਾਅਦ ਆਈਲੈਟਸ ਦੇ ਬੜੇ ਹਾਈ ਬੈਂਡਸ ਲੈ ਕੇ, ਉਸ ਤੋਂ ਬਾਅਦ ਲਾਇਸੈਂਸਿੰਗ ਐਗਜ਼ਾਮ ਜਿਹੜਾ CICC ਦਾ ਪਾਸ ਕਰਕੇ ਉਹਨਾਂ ਦੇ ਮੈਂਬਰ ਬਣੇ। ਸੋ ਇਹ ਸਾਰਾ ਕੁਝ ਜਿਹੜਾ ਹੈਗਾ, ਇੰਨੇ ਐਕਸਪੀਰੀਅੰਸ ਦਾ ਫਾਇਦਾ ਤੁਹਾਨੂੰ ਬਿਨਾਂ ਫੀਸ ਤੇ ਹੋ ਰਿਹਾ ਹੈ, ਤੇ ਡੈਫੀਨੇਟਲੀ ਉਹਦਾ ਫਾਇਦਾ ਹੀ ਹੈਗਾ। ਔਰ ਇਹ ਕੋਈ ਵੀ ਕੰਮ ਹੈ, ਚਾਹੇ ਗੱਡੀ ਠੀਕ ਕਰਨਾ ਹੈ, ਕਾਰ ਠੀਕ ਕਰਨਾ ਹੈ, ਜਾਂ ਡਾਕਟਰ ਦਾ ਲਾ ਲਓ ਜਾਂ ਕੈਮਿਸਟ ਦਾ ਲਾ ਲਓ, ਕਿਸੇ ਹਰ ਕੰਮ ਦੇ ਵਿੱਚ ਉਸ ਦੀ ਸਪੈਸੀਫਿਕ ਐਕਸਪਰਟੀਜ਼ ਦੀ ਜ਼ਰੂਰਤ ਹੁੰਦੀ ਹੈ, ਸਮਝਦਾਰੀ ਦੀ ਜ਼ਰੂਰਤ ਹੁੰਦੀ ਹੈ। ਔਰ ਉਹ ਨੈਚੁਰਲੀ ਇੰਨੇ ਸਾਲਾਂ ਦੇ ਵਿੱਚ ਬੜੇ ਸਾਰੇ ਛੋਟੇ ਪੁਆਇੰਟਸ ਹੁੰਦੇ ਨੇ ਜਿਹੜੇ ਕਿ ਸਮਝਦਾਰੀ ਹੋ ਜਾਂਦੀ ਹੈ, ਦਾ ਮਤਲਬ ਐਕਸਪਰਟੀਜ਼ ਹੋ ਜਾਂਦੀ ਹੈ, ਜਿਸ ਦਾ ਤੁਸੀਂ ਫਾਇਦਾ ਲੈ ਸਕਦੇ ਹੋ। ਔਰ ਅਗਰ ਕੋਈ ਛੋਟੀ ਜਿਹੀ ਵੀ ਗਲਤੀ ਕੀਤੀ ਤੇ ਇੱਕ ਸਮਾਲ ਮਿਸਟੇਕ ਮੇ ਸਪੋਇਲ ਯੂਅਰ ਕੇਸ, ਮੇ ਸਪੋਇਲ ਯੂਅਰ ਲਾਈਫ ਐਂਡ ਕੈਰੀਅਰ। ਤੇ ਉਹ ਛੋਟੀ ਜਿਹੀ ਗਲਤੀ, ਫੋਰ ਐਗਜ਼ਾਮਪਲ ਦੀ ਗੱਲ ਕਰੀਏ ਤੇ ਮੇਰੇ ਕੋਲ ਬੜੇ ਸਾਰੇ ਕੇਸਿਸ ਆਉਂਦੇ ਆ, ਗ੍ਰੈਜੂਏਟ ਬੱਚਾ ਹੈਗਾ, ਮੰਨ ਲਓ BA ਕੀਤੀ, BCom ਕੀਤੀ, ਵਾਟਐਵਰ, ਹੈ ਨਾ, ਵੀ ਗ੍ਰੈਜੂਏਸ਼ਨ ਕੰਪਲੀਟ ਕਰ ਲਈ ਜਿੰਨੇ ਮਰਜ਼ੀ, ਹਾਂਜੀ ਗ੍ਰੈਜੂਏਸ਼ਨ ਕੰਪਲੀਟ ਕਰ ਲਈ, ਬੈਂਡ ਵੀ ਉਹਦੇ ਮੰਨ ਲਓ ਚਲੋ 8 ਬੈਂਡ ਆ ਗਏ, 6 ਬੈਂਡ ਚਾਹੀਦੇ ਨੇ, 8 ਬੈਂਡ ਆ ਗਏ। ਤੇ ਇਹੋ ਜਿਹੇ ਬੱਚੇ ਨੇ ਅਗਰ ਅੰਡਰ ਗ੍ਰੈਜੂਏਟ, ਸੋ ਇਹੋ ਜਿਹਾ ਗ੍ਰੈਜੂਏਟ ਬੱਚਾ ਜਿਹੜਾ ਹੈ, ਦੇ ਸ਼ੁੱਡ ਆਲਵੇਜ਼ ਅਪਲਾਈ ਫॉर ਅ ਪੋਸਟ ਗ੍ਰੈਜੂਏਟ ਪ੍ਰੋਗਰਾਮ। ਤੇ ਜੇ ਉਹਨਾਂ ਨੇ ਅੰਡਰ ਗ੍ਰੈਜੂਏਟ ਪ੍ਰੋਗਰਾਮ ਦਾ ਮਤਲਬ ਪੋਸਟ ਸੈਕੰਡਰੀ ਦਾ ਮਤਲਬ ਉਹ ਪ੍ਰੋਗਰਾਮ ਦੇ ਵਿੱਚ ਐਡਮਿਸ਼ਨ ਲੈ ਲਈ ਜਿਸ ਦੇ ਵਿੱਚ 12ਵੀਂ ਵਾਲਾ ਬੱਚਾ ਲਏਗਾ, ਅਨਫੋਰਚੂਨੇਟ ਹੈਗਾ ਕਿ ਜਦੋਂ ਇਹ ਡਾਕੂਮੈਂਟਸ ਕਾਲਜ ਨੂੰ ਭੇਜਣਗੇ, ਉਹਨਾਂ ਨੇ ਨਹੀਂ ਕਹਿਣਾ ਕਿ ਤੁਸੀਂ ਪੋਸਟ ਗ੍ਰੈਜੂਏਟ ਪ੍ਰੋਗਰਾਮ ਹੀ ਲਓ, ਪੋਸਟ ਸੈਕੰਡਰੀ ਨਹੀਂ ਲੈਣਾ, ਉਹਨਾਂ ਨੇ ਆਫਰ ਲੈਟਰ ਦੇ ਦੇਣਾ ਹੈ। ਬਿਲਕੁਲ, ਇਹਨਾਂ ਨੇ ਬੱਚੇ ਨੇ ਚੂਜ਼ ਕੀਤਾ, ਅਪਲਾਈ ਕੀਤਾ, ਉਹਨਾਂ ਨੇ ਜਿਹੜੀ ਹੈ ਅੰਡਰ ਗ੍ਰੈਜੂਏਟ ਪੋਸਟ ਸੈਕੰਡਰੀ ਲੈਵਲ ਦੇ ਪ੍ਰੋਗਰਾਮ ਦੀ ਆਫਰ ਲੈਟਰ LOA ਦੇ ਦੇਣੀ ਹੈ। ਕਿਉਂ ਕਿ ਉਹਨਾਂ ਨੇ 12ਵੀਂ ਦਾ ਕੀਤੀ ਹੋਈ ਬੱਚੇ ਨੇ, ਉਸ ਤੋਂ ਬਾਅਦ ਗ੍ਰੈਜੂਏਸ਼ਨ ਐਕਸਟਰਾ ਹੈ। ਸੋ ਉਹਨਾਂ ਦੀ ਐਲੀਜੀਬਿਲਿਟੀ ਕੀ 12ਵੀਂ ਕੀਤੀ ਹੋਣੀ ਚਾਹੀਦੀ ਹੈ, ਇਹਨੇ ਤਾਂ ਗ੍ਰੈਜੂਏਸ਼ਨ ਕੀਤੀ ਹੈ, ਉਹਨਾਂ ਨੇ ਆਫਰ ਲੈਟਰ ਦੇ ਦੇਣੀ। ਲੇਕਿਨ ਐਮਬੈਸੀ ਨੇ ਕੀ ਦੇਖਣਾ ਕਿ ਜਦੋਂ ਤੁਸੀਂ ਪੋਸਟ ਗ੍ਰੈਜੂਏਟ ਪ੍ਰੋਗਰਾਮ ਵਿੱਚ ਨਹੀਂ ਗਏ ਔਰ ਅੰਡਰ ਗ੍ਰੈਜੂਏਟ ਵਿੱਚ ਜਾ ਰਹੇ ਹੋ ਤੇ 4 ਸਾਲ ਤੋਂ ਤੁਸੀਂ ਖਰਾਬ ਹੀ ਕਰ ਲਏ। ਬਿਲਕੁਲ, ਦੈਟ ਮੀਨਸ ਕਿ ਤੁਸੀਂ ਅਪਗ੍ਰੇਡ ਨਹੀਂ ਕਰਨ ਜਾ ਰਹੇ ਐਜੂਕੇਸ਼ਨ ਨੂੰ, ਡੀਗ੍ਰੇਡ ਕਰਨ ਜਾ ਰਹੇ ਹੋ। ਤੁਸੀਂ ਥੱਲੇ ਦੀ ਐਜੂਕੇਸ਼ਨ ਮਤਲਬ ਵੀ 12ਵੀਂ ਤੋਂ ਬਾਅਦ 13ਵੀਂ ਕਲਾਸ ਹੁੰਦੀ ਹੈ, ਕਿ ਮੋਟੀ ਜੀ ਜਿਹੜੀ ਸਿੰਪਲ ਲੈਂਗੁਏਜ ਦੀ ਗੱਲ ਕਰੀਏ, ਤੇ ਜੇ 12ਵੀਂ ਤੋਂ ਬਾਅਦ 3 ਸਾਲ ਦੀ ਡਿਗਰੀ ਕੀਤੀ ਹੈ, 12 ਪਲੱਸ 3 15 ਕਲਾਸਾਂ ਕਰ ਲਈਆਂ, ਤੇ ਆਪਾਂ ਪੋਸਟ ਗ੍ਰੈਜੂਏਟ ਦਾ ਮਤਲਬ 16ਵੀਂ ਕਲਾਸ ਹੀ ਜਾ ਰਹੇ ਹਾਂ, ਜਿਹਦੇ ਵਿੱਚ ਸਿਰਫ ਗ੍ਰੈਜੂਏਟ ਹੀ ਐਲੀਜੀਬਲ ਹੈ, ਉਹਦੇ ਵਿੱਚ 12ਵੀਂ ਵਾਲਾ ਐਡਮਿਸ਼ਨ ਨਹੀਂ ਜਾ ਸਕਦਾ। ਬਿਲਕੁਲ, ਕੁਝ ਇਹੋ ਜਿਹੇ ਪ੍ਰੋਗਰਾਮ ਹੁੰਦੇ ਨੇ ਜਿਹਦੇ ਵਿੱਚ ਮਤਲਬ ਆਫਟਰ ਗ੍ਰੈਜੂਏਸ਼ਨ ਹੀ ਅਪਲਾਈ ਕੀਤਾ ਜਾ ਸਕਦਾ ਹੈ। ਬਿਲਕੁਲ, ਔਰ ਜਿਹੜੇ ਇਹ ਕੀਤਾ ਪੋਸਟ ਸੈਕੰਡਰੀ ਪ੍ਰੋਗਰਾਮ ਲਿਆ, ਇਹਦਾ ਮਤਲਬ 12ਵੀਂ ਤੋਂ ਬਾਅਦ ਦਾ ਮਤਲਬ 13ਵੀਂ ਕਲਾਸ ਹੀ ਜਾ ਰਹੇ। ਸੋ ਮਤਲਬ ਇਹ ਕਿ 15ਵੀਂ ਕਲਾਸ ਕਰਨ ਤੋਂ ਬਾਅਦ 16ਵੀਂ 'ਚ ਜਾਣ ਦੇ ਬਜਾਏ ਤੁਸੀਂ 13ਵੀਂ ਕਲਾਸ 'ਚ ਐਡਮਿਸ਼ਨ ਲੈ ਲਈ। ਇੱਥੇ ਐਮਬੈਸੀ ਜਿਹੜੀ ਹੈ, ਅਫੀਸਰ ਜਿਹੜਾ ਹੈਗਾ, ਇਹ ਚੀਜ਼ ਦਾ ਆਬਜੈਕਸ਼ਨ ਲਗਾ ਕੇ ਤੁਹਾਡਾ ਕੇਸ ਰਿਫਿਊਜ਼ ਕਰ ਦੇਗਾ। ਇਹ ਹੈ ਤਾਂ ਬੜੀ ਛੋਟੀ ਜਿਹੀ ਗੱਲ ਹੈ, ਲੇਕਿਨ ਤੁਹਾਡਾ ਜਦੋਂ ਰਿਫਿਊਜ਼ ਐਡਮਿਸ਼ਨ ਲਿੱਤੀ, ਫੀਸਾਂ ਭਰੀਆਂ, ਔਰ ਕਈ ਟਾਈਮ ਮਹੀਨੇ ਲੱਗ ਜਾਂਦੇ ਆ, ਔਰ ਉਸ ਤੋਂ ਬਾਅਦ ਫਾਈਲ ਐਮਬੈਸੀ ਚਲਾਈ, ਮਹੀਨਾ 1.5 ਮਹੀਨਾ 15 ਦਿਨ ਉਸ ਦੇ ਲੱਗ ਗਏ, ਉਸ ਤੋਂ ਬਾਅਦ ਰਿਫਿਊਜ਼ਲ ਆਈ, ਉਸ ਤੋਂ ਬਾਅਦ ਤੁਸੀਂ ਫਿਰ ਰਿਫੰਡ
ਪਾਓਗੇ ਕਾਲਜ ਨੂੰ ਤੇ ਫਿਰ ਉਸ ਨੂੰ 2-3 ਮਹੀਨੇ ਰਿਫੰਡ ਪੈਸੇ ਆਉਣ ਨੂੰ ਲੱਗਣਗੇ, ਫਿਰ ਦੁਬਾਰਾ ਕਿਸੇ ਕਾਲਜ 'ਚ ਐਡਮਿਸ਼ਨ ਲਓਗੇ, ਇਹ ਸਾਰਾ ਹੀ ਕੰਪਲਿਕੇਟ ਹੋ ਜਾਏਗਾ ਤੁਹਾਡਾ। ਛੋਟੀ ਜੀ ਗਲਤੀ ਦੇ ਕਰਕੇ ਸਾਰਾ ਸਿਸਟਮ ਹੋ ਗਿਆ ਔਰ ਤੁਹਾਡਾ ਕੇਸ ਰਿਫਿਊਜ਼ ਹੋ ਗਿਆ, ਜਿਹਦੇ ਕਰਕੇ ਅੱਗੇ ਫਿਰ ਵੀਜ਼ਾ ਦੀ ਪ੍ਰੋਬਲਮ ਦੀ ਸੰਭਾਵਨਾ ਘਟ ਜਾਏਗੀ। ਹਾਂਜੀ ਬਿਲਕੁਲ, ਉਹ ਫਿਰ ਪ੍ਰੋਬਲਮ ਦੀ ਸੰਭਾਵਨਾ ਹੋਏਗੀ, ਮਤਲਬ ਰਿਫਿਊਜ਼ਲ ਦੇ ਚਾਂਸ ਹੋਣਗੇ ਉਹਨੂੰ ਜੇ ਨਾ ਪ੍ਰੋਪਰਲੀ ਡੀਲ ਕੀਤਾ ਗਿਆ। ਸੋ ਇਹ ਮੈਟਰ ਕਰਦੀਆਂ। ਹੋਰ ਬੜੇ ਸਾਰੇ ਪੁਆਇੰਟਸ ਨੇ ਜਿਹੜੇ ਐਕਸਪਰਟਿਜ਼ ਦੇ ਆਪਾਂ ਡਿਸਕਸ ਕਰਾਂਗੇ, ਲੇਕਿਨ ਇਸੇ ਕਰਕੇ ਗਲਤੀ ਨਹੀਂ ਕਰਨੀ। ਮਤਲਬ ਡੈਫੀਨੇਟਲੀ ਇੱਕ ਐਕਸਪਰਟ ਦੀ ਸਰਵਿਸਿਜ਼ ਹਾਇਰ ਕਰ ਲਓ ਜਦੋਂ ਤੁਹਾਡੇ ਕੋਲ ਖਰਚੇ ਵੀ ਨਹੀਂ ਤੁਹਾਨੂੰ ਲਾਣੇ ਪੈ ਰਹੇ ਔਰ ਐਕਸਪਰਟਸ ਹੈਗੇ ਨੇ। ਡੈਫੀਨੇਟਲੀ ਇੱਕ ਜਿਹੜੀ ਡਰਨ ਵਾਲੀ ਜ਼ਰੂਰ ਗੱਲ ਤੁਹਾਡੇ ਮਨ 'ਚ ਹੋਏਗੀ ਜਾਂ ਹੁੰਦੀ ਹੈ ਜਾਂ ਹੋਣੀ ਚਾਹੀਦੀ ਹੈ ਕਿ ਕੰਸਲਟੈਂਟ ਚੰਗਾ ਹੋਏ। ਇਹ ਨਾ ਹੋਏ ਕਿ ਫਿਰ ਉਹ ਗੱਲ ਹੈ ਤਾਂ ਐਕਸਪਰਟ, ਪਤਾ ਨਹੀਂ ਹੈ ਵੀ ਹੈ ਕਿ ਐਕਸਪਰਟ ਨਹੀਂ, ਜੇ ਐਕਸਪਰਟ ਨਹੀਂ ਤਾਂ ਉਹ ਵੀ ਇਹੋ ਜਿਹੀ ਗਲਤੀਆਂ ਕਰੇਗਾ, ਔਰ ਐਕਸਪਰਟ ਹੈ ਤਾਂ ਫਿਰ ਠੱਗੀ ਵਾਲਾ ਕੰਮ ਹੋ ਗਿਆ ਤੇ ਫਿਰ ਤੁਹਾਡੇ ਪੈਸਿਆਂ ਨੂੰ ਰਿਸਕ ਆ ਜਾਏਗਾ। ਸੋ ਇਹ ਚੀਜ਼ਾਂ ਤੁਸੀਂ ਚੁਣਨੀਆਂ ਨੇ। ਕੰਸਲਟੈਂਟ ਵੀ ਸਿਆਣਾ ਹੋਵੇ ਔਰ ਹੋਵੇ ਵੀ ਓਨੈਸਟ, ਦਾ ਮਤਲਬ ਗੜਬੜ ਨਾ ਹੋਵੇ। ਬਿਲਕੁਲ ਜੀ, ਜਿਵੇਂ ਕਿ ਸਰ ਤੁਸੀਂ ਬੜੀ ਚੰਗੀ ਗੱਲ ਕੀਤੀ ਹੈ ਕਿ ਓਨੈਸਟੀ ਦੇ ਨਾਲ ਕੋਈ ਵੀ ਕੰਮ ਨੂੰ ਕਰਨਾ ਚਾਹੀਦਾ ਹੈ। ਵੈਸੇ ਤਾਂ ਪਾਇਨੀਅਰ ਇਮੀਗ੍ਰੇਸ਼ਨ ਦੇ ਵਿੱਚ ਜਿਹੜੇ ਵੀਜ਼ਾ ਅਪਲਾਈ ਕਰਦੇ ਨੇ ਔਰ ਜਿਨ੍ਹਾਂ ਦੇ ਵੀਜ਼ਾ ਆਉਂਦੇ ਨੇ ਉਹਨਾਂ ਨੂੰ ਤਾਂ ਇਹ ਕਲੀਅਰ ਹੈ ਗੱਲ ਕਿ ਬਾਕੀ ਇੱਥੇ ਕਿਵੇਂ ਕੰਮ ਹੁੰਦਾ ਹੈ, ਲੇਕਿਨ ਜਿਹੜੇ ਹਾਲੇ ਤੱਕ ਆਏ ਨਹੀਂ ਹੈਗੇ ਜਾਂ ਫਿਰ ਜਿਨ੍ਹਾਂ ਨੇ ਨਾਮ ਹੀ ਸੁਣਿਆ ਖਾਲੀ ਔਰ ਆਉਣਾ ਚਾਹੁੰਦੇ ਨੇ ਉਹਨਾਂ ਦਾ ਵੀ ਵੈਲਕਮ ਹੈ, ਕਿਉਂਕਿ ਮਲਟੀਪਲ ਜਿਹੜੀਆਂ ਬ੍ਰਾਂਚਿਸ ਹੈਗੀਆਂ ਪਾਇਨੀਅਰ ਇਮੀਗ੍ਰੇਸ਼ਨ ਦੀਆਂ ਉਹ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਹੈਗੀਆਂ ਨੇ। ਅਸੀਂ ਮੈਂਸ਼ਨ ਵੀ ਕਰ ਰਹੇ ਹਾਂ, ਤੁਸੀਂ ਉੱਥੇ ਵੀ ਵਿਜ਼ਿਟ ਕਰ ਸਕਦੇ ਹੋ। ਹੁਣ ਗੱਲ ਆਉਂਦੀ ਸਰ ਕਿ ਪ੍ਰਾਈਵੇਟ ਕਾਲਜ ਔਰ ਗਵਰਨਮੈਂਟ ਕਾਲਜ ਲੋਕਾਂ ਨੂੰ ਬਹੁਤ ਜ਼ਿਆਦਾ ਫਰਕ ਨਹੀਂ ਪਤਾ ਹੈ। ਲੋਕਾਂ ਨੂੰ ਵੀ ਪਤਾ ਕਿ ਪਬਲਿਕ ਕਾਲਜ ਹੈ ਔਰ ਇੱਕ ਪ੍ਰਾਈਵੇਟ ਕਾਲਜ ਹੈ। ਹੁਣ ਕੰਸਲਟੈਂਟ ਕੀ ਕਰਦੇ ਨੇ ਇੱਥੋਂ ਕਿ ਉਹਨਾਂ ਕੋਲ ਸਿਰਫ ਬੱਚਾ ਇੱਕ ਵਾਰੀ ਉਹਨਾਂ ਦੇ ਆਫਿਸ ਵਿਜ਼ਿਟ ਕਰ ਲੇ, ਪ੍ਰੋਫਾਈਲ ਇੱਕ ਵਾਰੀ ਉੱਥੇ ਪਹੁੰਚਾ ਦੇ, ਆਪਣੇ ਡਾਕੂਮੈਂਟ ਪਹੁੰਚਾ ਦੇ, ਉਸ ਤੋਂ ਬਾਅਦ ਕੰਸਲਟੈਂਟ ਨੇ ਇਹ ਦੇਖਣਾ ਆਪ ਦਾ ਫਾਇਦਾ ਕਿ ਮੈਨੂੰ 2 ਪੈਸੇ ਵੱਧ ਕਿਹੜੇ ਕਾਲਜ ਤੋਂ ਜਿਹੜੀ ਹੈ ਕਮਿਸ਼ਨ ਮਿਲਣੀ ਹੈ। ਉਹਨੇ ਇਹ ਨਹੀਂ ਦੇਖਣਾ ਕਿ ਬੱਚੇ ਦੇ ਫਿਊਚਰ ਨੂੰ ਕੱਲ ਕਿਆ ਹੋਣਾ ਹੈ। ਉੱਥੇ ਜਾ ਕੇ ਉਹ ਗਵਰਨਮੈਂਟ 'ਚ ਜਾਏਗਾ ਤਾਂ ਉਹਨੂੰ ਕਿਹੜੀ ਫੈਸਿਲਿਟੀ ਮਿਲੇਗੀ, ਅਗਰ ਪ੍ਰਾਈਵੇਟ 'ਚ ਜਾਏਗਾ ਤਾਂ ਕਿਹੜੀ ਫੈਸਿਲਿਟੀ ਮਿਲੇਗੀ। ਬਹੁਤ ਸਾਰੇ ਬੱਚੇ ਇੱਥੇ ਮਿਸਗਾਈਡ ਹੁੰਦੇ ਨੇ ਔਰ ਪਰਿਵਾਰ ਵੀ ਇਤਨਾ ਧਿਆਨ ਨਹੀਂ ਕਰਦੇ, ਉਹ ਵੀ ਨਾ ਉਹ ਚੈੱਕ ਕਰਦੇ ਨੇ। ਬੇਸਿਕਲੀ ਅਗਰ ਪ੍ਰਾਈਵੇਟ ਔਰ ਜਿਹੜਾ ਗਵਰਨਮੈਂਟ ਦਾ ਇਹ ਫੈਕਟ ਜਿਹੜਾ ਜੇ ਚੈੱਕ ਕਰਨਾ ਹੋਵੇ ਤਾਂ ਤਰੀਕਾ ਕੀ ਹੈ, ਕਿਉਂਕਿ ਤੁਹਾਨੂੰ ਤਾਂ ਇੰਨਾ ਸਾਲ ਦਾ ਤਜਰਬਾ ਹੈਗਾ, ਤੁਸੀਂ ਇੱਕ ਵਾਰੀ ਇਹ ਕਲੀਅਰ ਕਰ ਦਿਓ ਕਿ ਕਿਵੇਂ ਚੈੱਕ ਕੀਤਾ ਜਾ ਸਕਦਾ ਕਿ ਕਿਹੜਾ ਕਾਲਜ ਪ੍ਰਾਈਵੇਟ ਹੈ ਔਰ ਕਿਹੜੇ ਕਾਲਜ ਜਿਹੜੀਆਂ ਫੈਸਿਲਿਟੀ ਮਿਲਣਗੀਆਂ ਨਹੀਂ ਮਿਲਣਗੀਆਂ। ਦੇਖੋ ਰਿੱਕੀ ਜੀ, ਮੇਨ ਚੀਜ਼ ਜਿਹੜੀ ਆਪਾਂ ਇਹ ਦੇਖਣੀ ਹੈਗੀ, ਡੈਫੀਨੇਟਲੀ ਯੂ ਆਰ ਰਾਈਟ ਕਿ ਬਹੁਤ ਸਾਰੇ ਕੇਸਿਸ, ਮੈਂ ਹੁਣ ਕੈਨੇਡਾ ਹੀ ਸੀਗਾ ਕਾਫੀ ਕੁਝ ਟਾਈਮ ਵਾਸਤੇ, ਔਰ ਉੱਥੇ ਖਾਸ ਤੌਰ 'ਤੇ ਜਿਹੜੇ ਸਟੂਡੈਂਟਸ ਇਹੋ ਜਿਹੇ ਕਾਲਜ ਵੀ ਚਲੇ ਜਾਂਦੇ ਨੇ ਜਿੱਥੇ ਪੜ੍ਹ ਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਣਾ, ਉਹ ਐਲੀਜੀਬਲ ਨਹੀਂ ਹੈਗੇ ਕਾਲਜਿਸ, ਅਤੇ ਉੱਥੇ ਉਹਨਾਂ ਨੂੰ ਬੜੀ ਦਿੱਕਤ ਹੁੰਦੀ ਹੈ। ਜਾ ਕੇ ਪਤਾ ਲੱਗਦਾ ਹੈ। ਪਹਿਲਾਂ ਤਾਂ ਇਹ ਹੁੰਦਾ ਕਿ ਕਿਸੇ ਦਾ ਵੀਜ਼ਾ ਲੱਗਿਆ ਸੀਗਾ ਅਤੇ ਚਲੋ ਜੀ ਉਹਦਾ ਵੀਜ਼ਾ ਲੱਗਿਆ ਸੀ, ਮੇਰੇ ਰਿਸ਼ਤੇਦਾਰ ਦਾ ਜਾਣ ਪਛਾਣ ਦਾ ਉਸ ਕੰਸਲਟੈਂਟ ਤੋਂ ਲੱਗਿਆ ਸੀ, ਇਹ ਵੀ ਪਹੁੰਚ ਗਏ। ਔਰ ਇਹ ਤਾਂ ਡੈਫੀਨੇਟਲੀ ਚਲੋ ਹੁੰਦਾ ਹੈ ਕਿ ਵੀ ਖੁਦ ਸਿਆਣੇ ਨਹੀਂ ਆ, ਬੱਚਿਆਂ ਨੂੰ ਵੀ ਨਹੀਂ ਪਤਾ, ਇਸ ਫੀਲਡ ਦੀ ਨੌਲੇਜ ਨਹੀਂ ਹੈਗੀ। ਪੇਰੈਂਟਸ ਨੂੰ ਤਾਂ ਵਿਚਾਰਿਆਂ ਨੂੰ ਬਿਲਕੁਲ ਵੀ ਇਸ ਫੀਲਡ ਦੀ ਨੌਲੇਜ ਇਮੀਗ੍ਰੇਸ਼ਨ ਮੈਟਰਸ ਦੀ ਕਿ ਕਿਹੜਾ ਕਾਲਜ ਵਿੱਚ ਵਰਕ ਪਰਮਿਟ ਹੈਗਾ ਨਹੀਂ ਹੈਗਾ, ਜਾਂ ਕਿੱਥੇ ਕਿੱਦਾਂ ਅਪਲਾਈ ਕਰਨਾ, ਕਿੱਥੇ ਅਪਲਾਈ ਕਰਨਾ, ਕਿਹੜਾ ਕੋਰਸ ਕਾਲਜ, ਕਿਸੇ ਵੀ ਚੀਜ਼ ਦੀ ਨੌਲੇਜ ਨਹੀਂ ਹੁੰਦੀ। ਔਰ ਕੰਸਲਟੈਂਟ ਜਿਹੜਾ ਇਸ ਚੀਜ਼ ਦਾ ਐਕਸਪਰਟ ਹੈਗਾ ਉਸ ਦਾ ਹੀ ਫਰਜ਼ ਬਣਦਾ ਹੈ ਕਿ ਸਾਰਾ ਕੁਝ ਸਹੀ ਹੀ ਕਰੇ, ਲੇਕਿਨ ਅਗੇਨ ਕਿ ਨੌਲੇਜ ਦੀ ਘਾਟ ਹੋਣ ਕਰਕੇ ਜਾਂ ਕਿ ਉਹ ਨੀਅਤ ਦੇ ਫਰਕ ਦੇ ਕਰਕੇ ਇਹੋ ਜਿਹੇ ਕਾਲਜ ਭੇਜ ਦਿੱਤਾ ਵਰਕ ਪਰਮਿਟ ਨਹੀਂ ਹੈਗਾ, ਅਤੇ ਜਦੋਂ ਵਰਕ ਪਰਮਿਟ ਨਹੀਂ ਮਿਲਣਾ ਤਾਂ PR ਹੀ ਨਹੀਂ ਹੋਣੀ ਉੱਥੇ, ਜਿਹਦੇ ਕਰਕੇ ਜ਼ਿਆਦਾ ਸਟੂਡੈਂਟ ਸਾਰੇ ਜਾਂਦੇ ਨੇ ਉੱਥੇ। ਸੋ ਉਹ ਸਾਨੂੰ ਉੱਥੇ ਆਫਿਸਿਸ ਵਿੱਚ ਕੰਟੈਕਟ ਕਰਦੇ ਨੇ ਕੈਨੇਡਾ ਦੇ ਵਿੱਚ ਕਿ ਹੁਣ ਕਿਸੇ ਇਹੋ ਜਿਹੇ ਕਾਲਜ 'ਚ ਐਡਮਿਸ਼ਨ ਲੈਣਾ ਚਾਹੁੰਦੇ ਨੇ ਜਿੱਥੇ ਵਰਕ ਪਰਮਿਟ ਮਿਲ ਜੇ, ਬੜੀ ਸਾਰਾ ਟਾਈਮ ਵੀ ਖਰਾਬ ਹੁੰਦਾ ਹੈ, ਪੈਸੇ ਵੀ ਫੀਸ ਦੇ ਡੁੱਬ ਚੁੱਕੇ ਹੁੰਦੇ ਹੈ। ਸੋ ਇਹ ਮੈਂ ਦੱਸਣਾ ਚਾਹੁੰਦਾ ਹੈਗਾ ਕਿ ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਵੈਰੀ ਈਜ਼ੀ ਟੂ ਸੀ ਕਿ ਕਿਹੜਾ ਕਾਲਜ ਦੇ ਵਿੱਚ ਤੁਹਾਡਾ ਵਰਕ ਪਰਮਿਟ ਜਿਹੜਾ ਲੱਗੇਗਾ ਪੜ੍ਹਨ ਤੋਂ ਬਾਅਦ, ਕਿਹੜੇ ਕਾਲਜ 'ਚ ਨਹੀਂ ਲੱਗੇਗਾ। ਅਤੇ ਗੂਗਲ ਦੇ ਉੱਪਰ ਲਿਖਣਾ DLI ਲਿਸਟ ਕੈਨੇਡਾ, ਵੈਸੇ ਤਾਂ ਹੋਰ ਵੀ ਵਰਡ ਕਈ ਲਿਖ ਸਕਦੇ ਹੋ, ਡੈਜਿਗਨੇਟਡ ਲਰਨਿੰਗ ਇੰਸਟੀਟਿਊਸ਼ਨ, DLI ਮੀਨਸ ਡੈਜਿਗਨੇਟਡ ਲਰਨਿੰਗ ਇੰਸਟੀਟਿਊਸ਼ਨ, ਅਤੇ ਸ਼ੋਰਟ ਦੇ ਵਿੱਚ ਦੱਸ ਰਿਹਾ ਮੈਂ DLI ਲਿਸਟ ਕੈਨੇਡਾ ਅਗਰ ਤੁਸੀਂ ਲਿਖ ਲਓ ਅਤੇ ਉਸ ਦੇ ਵਿੱਚ ਸਰਚ ਮਾਰ ਦਿਓ ਗੂਗਲ ਦੇ ਉੱਪਰ, ਅਤੇ ਤੁਹਾਨੂੰ ਲੈ ਜਾਏਗਾ ਗੂਗਲ ਉਸ ਪੇਜ ਦੇ ਉੱਪਰ ਕੈਨੇਡਾ ਅੰਬੈਸੀ ਦੇ, ਜਿੱਥੇ ਇਹ ਸਾਰੀ ਜਾਣਕਾਰੀ ਦਿੱਤੀ ਹੋਈ ਹੈ, ਲਿਸਟ ਦਿੱਤੀ ਹੋਈ ਹੈ ਵੀ ਕਿਹੜੇ ਕਾਲਜ 'ਚ ਪੜ੍ਹਨ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲੇਗਾ, ਕਿਹੜੇ 'ਚ ਨਹੀਂ ਮਿਲੇਗਾ। ਔਰ ਉੱਥੇ ਜਿਹੜਾ ਹੈਗਾ ਇੱਕ ਬਾਕਸ ਹੈਗਾ ਸਰਚ ਬਾਕਸ, ਉਸ ਦੇ ਵਿੱਚ ਪਹਿਲਾਂ ਤਾਂ ਤੁਸੀਂ ਉਸ ਆਪਣੀ ਪ੍ਰੋਵਿੰਸ ਚੁਣਨੀ ਹੈਗੀ ਹੈ, ਡਰੋਪ ਡਾਊਨ ਜਿਹੜਾ ਹੈਗਾ ਉਸ ਦੇ ਵਿੱਚੋਂ ਕਿ ਓਨਟੇਰੀਓ ਹੈਗੀ ਹੈ ਜਾਂ ਮੈਨੀਟੋਬਾ ਜਾਂ ਜੋ ਵੀ ਤੁਹਾਡੇ ਜਿੱਥੇ ਕਾਲਜ ਹੈਗਾ, ਔਰ ਉਹ ਚੁਣਨ ਤੋਂ ਬਾਅਦ ਲਿਸਟ ਆ ਜਾਏਗੀ ਸਾਰੇ ਕਾਲਜਾਂ ਦੀ ਉਸ ਪ੍ਰੋਵਿੰਸ ਜਾਂ ਸਟੇਟ ਦੇ ਵਿੱਚ ਜਿੰਨੇ ਵੀ ਕਾਲਜ ਨੇ ਜਿਹੜੇ ਡੈਜਿਗਨੇਟਡ ਲਰਨਿੰਗ ਇੰਸਟੀਚਿਊਟ ਨਾਲ। ਧਿਆਨ ਦੇਣ ਵਾਲੀ ਗੱਲ ਹੈ ਕਿ ਆਮ ਤੌਰ 'ਤੇ ਕਾਲਜਿਸ ਜਾਂ ਕੰਸਲਟੈਂਟ ਕਹਿੰਦੇ ਕਿ ਜੀ ਇਹ ਕਾਲਜ DLI ਹੈਗਾ, DLI ਦਾ ਮਤਲਬ ਇਹਨੂੰ ਲਾਇਸੈਂਸ ਹੈਗਾ, ਡੈਜਿਗਨੇਟਡ ਲਰਨਿੰਗ ਇੰਸਟੀਟਿਊਸ਼ਨ ਹੈਗਾ,
ਤੇ ਇਹਨੂੰ ਵੀ ਵਰਕ ਪਰਮਿਟ ਮਿਲੇਗਾ। ਲੇਕਿਨ ਸਾਰੇ DLIs ਨੂੰ ਵਰਕ ਪਰਮਿਟ ਨਹੀਂ ਮਿਲਦਾ। DLI ਦਾ ਮਤਲਬ ਸਿੰਪਲ ਇੰਨਾ ਹੈਗਾ ਕਿ ਇਹ ਕਾਲਜਿਸ ਇੰਟਰਨੈਸ਼ਨਲ ਸਟੂਡੈਂਟਸ ਲੈ ਕੇ ਆ ਸਕਦੇ, ਇਹਦਾ ਮਤਲਬ ਐਡਮਿਸ਼ਨ ਉਹਨਾਂ ਨੂੰ ਦੇ ਸਕਦੇ, ਪੜ੍ਹਾ ਸਕਦੇ ਨੇ। ਬਿਲਕੁਲ। ਲੇਕਿਨ ਉਹਦੇ ਵਿੱਚੋਂ ਤੁਸੀਂ ਅੰਦਾਜ਼ਾ ਮੋਟੀ ਜੀ ਗੱਲ ਕਰੀਏ ਤੇ 100 ਦੇ ਵਿੱਚੋਂ 5-7 ਹੱਦ 10 ਇੰਸਟੀਚਿਊਟ ਹੋਣਗੇ ਜਿਨ੍ਹਾਂ ਦੇ ਵਿੱਚ ਵਰਕ ਪਰਮਿਟ ਅਲਾਉਡ ਹੁੰਦਾ ਹੈਗਾ। ਸੋ ਉਹ ਸਾਰੇ ਲਿਸਟ ਆ ਜਾਏਗੀ ਕਾਲਜਿਸ ਦੀ, ਲੇਕਿਨ ਲੰਬੀ ਲਿਸਟ ਹੋਏਗੀ, ਜਾਂ ਤਾਂ ਅਲਫਾਬੈਟਿਕਲੀ ਆਏਗੀ। ਤੁਸੀਂ ਆਪਣਾ ਨਾਮ ਉਸ ਕਾਲਜ ਦਾ ਦੇਖ ਲਓ ਜਿਹੜੇ 'ਚ ਤੁਸੀਂ ਦੇਖਣਾ ਚਾਹੁੰਦੇ ਹੋ, ਜਾਂ ਉੱਥੇ ਇੱਕ ਸਰਚ ਬਾਕਸ ਹੁੰਦਾ ਉਸ ਦੇ ਵਿੱਚ ਕਾਲਜ ਦਾ ਨਾਮ ਲਿਖੋਗੇ, ਉਹੀ ਰਹਿ ਜਾਏਗਾ, ਬਾਕੀ ਸਾਰੇ ਹਟ ਜਾਣਗੇ। ਔਰ ਉਸ ਦੇ ਰਾਈਟ ਸਾਈਡ ਤੇ ਕਾਲਜ ਦੇ ਨਾਂ ਦੇ ਰਾਈਟ ਸਾਈਡ ਤੇ ਲਿਖਿਆ ਹੁੰਦਾ ਵਰਕ ਪਰਮਿਟ ਯੈਸ ਔਰ ਨੋ। ਯੈਸ ਹੈਗਾ ਤੇ ਵਰਕ ਪਰਮਿਟ ਮਿਲੇਗਾ, ਨੋ ਹੋਏਗਾ ਤੇ ਵਰਕ ਪਰਮਿਟ ਨਹੀਂ ਮਿਲੇਗਾ। ਵੈਰੀ ਸਿੰਪਲ। ਲੇਕਿਨ ਤੁਹਾਨੂੰ ਸਮਝ ਨਾ ਆਏ ਤਾਂ ਸਾਡੇ ਕਿਸੇ ਵੀ ਆਫਿਸ 'ਚ ਜਾਓਗੇ ਤੇ ਉੱਥੇ ਕੋਈ ਲੁਕਾ ਛਪਾ ਨਹੀਂ ਹੈਗਾ, ਤੁਹਾਡੇ ਨਾਲ ਸਾਹਮਣੇ ਜਿਹੜਾ ਹੈ ਉਹ ਸਰਚ ਕੀਤਾ, ਬਿਲਕੁਲ ਤੁਹਾਡੇ ਸਾਹਮਣੇ ਹੀ ਸਰਚ ਕਰਕੇ ਦੱਸ ਦੇਣਗੇ ਜਿਹੜਾ ਕਾਲਜ ਤੁਸੀਂ ਪੁੱਛਦੇ ਪਏ ਹੋ ਉਸ ਦੇ ਵਿੱਚ ਵਰਕ ਪਰਮਿਟ ਹੈਗਾ ਕਿ ਨਹੀਂ ਹੈਗਾ। ਔਰ ਕਈ ਵਾਰੀ ਇਹੋ ਜਿਹੇ ਬੜੇ ਸਾਰੇ ਕੰਸਲਟੈਂਟ ਇਹੋ ਜਿਹੀ ਮਿਸਗਾਈਡੈਂਸ ਦੇ ਦਿੰਦੇ, ਕੋਈ ਨਹੀਂ ਜੀ ਹੁਣ ਤੁਸੀਂ ਵੀਜ਼ਾ ਲਗਵਾ ਕੇ ਚਲੇ ਜਾਓ, ਉੱਥੇ ਜਾ ਕੇ ਕਾਲਜ ਚੇਂਜ ਕਰ ਲੈਣਾ, ਉੱਥੇ ਜਾ ਕੇ ਵਰਕ ਪਰਮਿਟ ਮਿਲ ਜਾਏਗਾ, ਆਹ ਕਰ ਲਾਂਗੇ, ਉਹ ਕਰ ਲਾਂਗੇ, ਐਮਬੈਸੀ 'ਚ ਐਪਲੀਕੇਸ਼ਨ ਪਾ ਦਾਂਗੇ, ਐਮਬੈਸੀ ਨੂੰ ਰਿਕੁਐਸਟ ਕਰ ਦਾਂਗੇ। ਕੁਛ ਹੁੰਦਾ ਨਹੀਂ ਹੈ, ਕਿਉਂਕਿ ਸਿੰਪਲੀ ਜਿਹੜੀ ਗੱਲ ਹੈਗੀ ਉਹ ਉੱਦਾਂ ਹੀ ਰਹਿਣੀ ਹੈਗੀ। ਜਿਹੜੇ ਕਾਲਜ 'ਚ ਵਰਕ ਪਰਮਿਟ ਮਿਲਣਾ ਉਹਦੇ 'ਚ ਮਿਲਣਾ, ਜਿਹਦੇ 'ਚ ਨਹੀਂ ਮਿਲਣਾ ਫਿਰ ਕਿਆ ਕੁਛ ਵੀ ਕਰ ਲਓ ਨਹੀਂ ਮਿਲਣਾ। ਕਾਲਜ ਚੇਂਜ ਕਰਨਾ ਉੱਥੇ ਜਾ ਕੇ ਨਵਾਂ ਕਾਫੀ ਜ਼ਿਆਦਾ ਪਰੇਸ਼ਾਨੀ ਵਾਲਾ ਕੰਮ ਹੈਗਾ, ਕਿਉਂਕਿ ਕਾਫੀ ਪੈਸਾ ਵੇਸਟ ਹੋਏਗਾ ਔਰ ਸੀਟਾਂ ਨਹੀਂ ਹੁੰਦੀਆਂ, ਕਿਉਂਕਿ ਦੇਖੋ 4-6 ਮਹੀਨੇ ਪਹਿਲਾਂ ਹੀ ਅਗਲੇ ਇਨਟੇਕ ਦੀਆਂ ਸੀਟਾਂ ਕਾਲਜਾਂ 'ਚ ਫੁੱਲ ਹੋ ਜਾਂਦੀਆਂ, ਸੀਟਾਂ ਨਹੀਂ ਮਿਲਦੀਆਂ, ਬੜੀ ਮੁਸ਼ਕਿਲ ਹੁੰਦੀ। ਪਹਿਲਾਂ ਹੀ ਸਾਰੀਆਂ ਗੱਲਾਂ ਸੋਚ ਸਮਝ ਕੇ ਫੈਸਲਾ ਕਰਕੇ ਚੰਗੇ ਕੰਸਲਟੈਂਟ ਤੋਂ ਚੰਗਾ ਸਹੀ ਕਾਲਜ ਸਹੀ ਕੋਰਸ ਤਾਂ ਕਿ ਤੁਹਾਡੇ ਵੀਜ਼ਾ ਵੀ ਰਿਫਿਊਜ਼ਲ ਨਾ ਹੋਵੇ, ਧਿਆਨ ਦੇਣਾ। ਹੁਣ ਤੁਸੀਂ ਉਹ ਵੀਡੀਓਜ਼ ਦੇਖੋ ਜਿਨ੍ਹਾਂ ਦੇ ਰੀਸੈਂਟਲੀ ਵੀਜ਼ਾ ਆਏ ਨੇ ਤੇ ਸਾਨੂੰ ਦਿਓ ਇਜਾਜ਼ਤ, ਕਿਉਂਕਿ ਸਮਾਂ ਜਿਹੜਾ ਜਿਹਾ ਸਾਨੂੰ ਇਸ ਤੋਂ ਵੱਧ ਦੀ ਇਜਾਜ਼ਤ ਨਹੀਂ ਦਿੰਦਾ। ਧੰਨਵਾਦ ਜੀ। Hi, my name is Divanshu Sethia. I'm from Shahbaz Marganda, and today I got my passport and Canadian visa from Pioneer Immigration. But earlier I got refused 3 times from other consultancies. But the hard work of Pioneer Immigration helped me for getting my Canadian visa. Thank you so much, Pioneer. ਮੇਰਾ ਨਾਮ ਜਸ਼ਨਪ੍ਰੀਤ ਕੌਰ ਹੈ ਤੇ ਮੈਂ ਅੱਜ ਬਹੁਤ ਖੁਸ਼ ਹਾਂ, ਮੇਰਾ ਵੀਜ਼ਾ ਆਇਆ ਹੈ।